ਅੱਜ ਅਸੀਂ क्लास 10th ਦਾ 10th ਚੈप्ਟਰ ਪ੍ਰਕਾਸ਼ ਪਰਾਵਰਤਨ ਅਤੇ ਅਪਵਰਤਨ ਦਾ ਪਾਠ 1 ਕਰਾਂਗੇ। ਪਰਾਵਰਤਨ ਤੇ ਅਪਵਰਤਨ ਦੋਨਾਂ ਦੇ ਵਿੱਚ ਬੱਚੇ ਕਈ ਵਾਰ ਕਨਫਿਊਜ਼ ਹੋ ਜਾਂਦੇ ਨੇ। ਤੁਸੀਂ ਇਹ ਯਾਦ ਰੱਖਣਾ ਕਿ ਜਿਹੜਾ ਪਰਾਵਰਤਨ ਹੈ ਉਹ ਮਿਰਰ यानी कि दर्पण ਦੇ ਕੇਸ ਦੇ ਵਿੱਚ ਹੁੰਦਾ ਹੈ ਤੇ ਅਪਵਰਤਨ ਲੈਂਜ ਦੇ ਕੇਸ ਦੇ ਵਿੱਚ ਹੁੰਦਾ ਹੈ, ਜਦੋਂ ਮਾਧਿਅਮ ਬਦਲਦਾ ਹੈ ਉਸ ਕੇਸ ਦੇ ਵਿੱਚ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅੱਜ ਪਰਾਵਰਤਨ ਦੀ। ਪਰਾਵਰਤਨ ਦੀ ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਕੀ ਆ? ਪ੍ਰਕਾਸ਼ ਦਾ ਪਰਾਵਰਤਨ ਜਦ ਪ੍ਰਕਾਸ਼ ਦੀ ਕਿਰਨ ਕਿਸੇ ਪਾਲਿਸ਼ ਕੀਤੀ ਸਤ੍ਹਾ ਤੇ ਪੈਂਦੀ है। ਜਦੋਂ ਪ੍ਰਕਾਸ਼ ਦੀ ਕੋਈ ਵੀ ਕਿਰਨ ਜਾਂ ਸੂਰਜ ਦਾ ਪ੍ਰਕਾਸ਼ ਕਿਸੇ ਪਾਲਿਸ਼ ਕੀਤੀ ਹੋਈ ਸਤ੍ਹਾ ਤੇ ਪੈਂਦਾ ਹੈ। ਪਾਲਿਸ਼ ਕੀਤੀ ਹੋਈ ਸਤ੍ਹਾ ਮਤਲਬ ਤੁਸੀਂ ਘਰੇ ਸ਼ੀਸ਼ਾ ਦੇਖਦੇ ਹੋ, ਉਹ ਸ਼ੀਸ਼ੇ ਦਾ ਇੱਕ ਪਾਸਾ ਪਾਲਿਸ਼ ਕੀਤਾ ਹੁੰਦਾ, ਇੱਕ ਪਾਸੇ ਕਿਹੜੀ ਸਤ੍ਹਾ ਹੁੰਦੀ ਹੈ ਜਿਹਦੇ ਪਾਸੇ ਅਸੀਂ ਮੂੰਹ ਦੇਖਦੇ ਹਾਂ। ਜਿੱਧਰ ਮੂੰਹ ਦੇਖਦੇ ਹਾਂ ਉਹ ਸਤ੍ਹਾ ਨੂੰ ਬੋਲਦੇ ਅਸੀਂ ਪਰਾਵਰਤਕ ਸਤ੍ਹਾ, ਤੇ ਦੂਜੀ ਸਤ੍ਹਾ ਨੂੰ ਕੀ ਕੀਤੇ ਆ? ਪਾਲਿਸ਼ ਕੀਤੀ ਹੋਈ ਸਤ੍ਹਾ। ਜਦੋਂ ਪਾਲਿਸ਼ ਕੀਤੀ ਸਤ੍ਹਾ ਦੇ ਉੱਪਰ ਜਾਨੀ ਕਿ ਪਰਾਵਰਤਕ ਸਤ੍ਹਾ ਦੇ ਉੱਤੇ ਕੋਈ ਪ੍ਰਕਾਸ਼ ਪੈਂਦਾ, ਪ੍ਰਕਾਸ਼ ਦੀ ਕਿਰਨ ਪੈਂਦੀ ਹੈ ਤਾਂ ਉਸੇ ਮਾਧਿਅਮ ਵਿੱਚ ਪਰਿਵਰਤਿਤ ਹੋ ਜਾਂਦੀ ਹੈ, ਤਾਂ ਉਸੇ ਮਾਧਿਅਮ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਪਰਿਵਰਤਿਤ ਮਤਲਬ ਮੁੜ ਜਾਣਾ, ਤਾਂ ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦੀ ਹੈ। ਜਦੋਂ ਪ੍ਰਕਾਸ਼ ਦੀ ਕਿਰਨ ਕਿਸੇ ਪਾਲਿਸ਼ ਕੀਤੀ ਹੋਈ ਸਤ੍ਹਾ ਉੱਤੇ ਪੈਂਦੀ ਹੈ ਤਾਂ ਉਹ ਉਸੇ ਮਾਧਿਅਮ ਵਿੱਚ ਪਰਿਵਰਤਿਤ ਹੋ ਜਾਂਦੀ ਹੈ, ਵਾਪਸ ਮੁੜ ਆਉਂਦੀ ਹੈ। ਇਸ ਨੂੰ ਕਹਿੰਦੇ ਹੈ ਪ੍ਰਕਾਸ਼ ਦਾ ਪਰਾਵਰਤਨ। ਠੀਕ ਹੈ ਬੇਟਾ, ਸਮਝ ਗਏ? ਹਾਂਜੀ। ਕਿੰਨਾ ਕਿੰਨਾ ਕੇਸ ਦੇ ਵਿੱਚ ਪਰਾਵਰਤਨ ਹੁੰਦਾ ਹੈ? ਪਰਾਵਰਤਨ ਦਰਪਣ ਦੇ ਕੇਸ 'ਚ ਹੁੰਦਾ ਹੈ, ਤੁਸੀਂ ਬੋਲਦੇ ਹੋ ਸ਼ੀਸ਼ਾ, ਠੀਕ ਹੈ, ਪਰ ਸਾਇੰਸ ਦੀ ਭਾਸ਼ਾ ਅਸੀਂ ਇਹਨੂੰ ਬੋਲਦੇ ਹਾਂ ਦਰਪਣ, ਇੰਗਲਿਸ਼ 'ਚ ਮਿਰਰ। ਤਿੰਨ ਤਰ੍ਹਾਂ ਦੇ ਦਰਪਣ ਹੁੰਦੇ ਆ। ਇੱਕ ਉੱਤਲ ਦਰਪਣ ਜੋ ਇਸ ਤਰ੍ਹਾਂ ਹੁੰਦਾ, ਜੋ ਮੈਂ ਬਣਾਇਆ। ਇਹਦੇ ਵਿੱਚ ਕੀ ਹੈ? ਜਿੱਧਰ ਮੈਂ ਆਹ ਨਿਸ਼ਾਨ ਲਗਾਏ ਨੇ ਇਸ ਤਰ੍ਹਾਂ, ਉਹ ਪਾਲਿਸ਼ ਕੀਤੀ ਸਤ੍ਹਾ ਹੈ, ਤੇ ਦੂਜੀ ਸਤ੍ਹਾ ਕਿਹੜੀ ਹੈ ਜਿਸ ਦੇ ਉੱਪਰ ਅਸੀਂ ਦੇਖ ਸਕਦੇ ਹਾਂ, ਜਿਹੜੀ ਹੈ ਪਰਾਵਰਤਕ ਸਤ੍ਹਾ। ਮਤਲਬ ਜਿਹੜਾ ਦਰਪਣ ਮੂਹਰੋਂ ਉੱਠਿਆ ਹੋਇਆ ਹੁੰਦਾ, ਇਸ ਤਰ੍ਹਾਂ ਉੱਠਿਆ ਹੋਇਆ ਹੁੰਦਾ, ਉੱਭਰਿਆ ਹੋਇਆ ਹੁੰਦਾ, ਉਸ ਨੂੰ ਕਹਿੰਦੇ ਅਸੀਂ ਉੱਤਲ ਦਰਪਣ। ਠੀਕ ਹੈ ਜੀ। ਜਿਵੇਂ ਤੁਸੀਂ ਘਰਾਂ ਦੇ ਵਿੱਚ ਦੇਖਿਆ ਹੋਊਗਾ ਵੀ ਚਮਚਾ, ਚਮਚੇ ਦੀਆਂ ਦੋ ਸਤ੍ਹਾਵਾਂ ਨੇ, ਇੱਕ ਆ ਉੱਭਰੀ ਹੋਈ, ਇੱਕ ਆ ਅੰਦਰ। ਤਾਂ ਜਿਹੜੀ ਉੱਭਰੀ ਹੋਈ ਸਤ੍ਹਾ ਹੈ ਉਹ ਉੱਤਲ ਦਰਪਣ ਦਾ ਕੰਮ ਕਰਦੀ ਹੈ। ਠੀਕ ਹੈ ਜੀ। ਜਦੋਂ ਅਸੀਂ ਸਾਇੰਸ ਦੇ ਵਿੱਚ ਯੂਜ਼ ਕਰਦੇ ਹਾਂ ਤਾਂ ਇਸ ਤਰ੍ਹਾਂ ਦਾ ਹੁੰਦਾ ਹੈ, ਵਿਚਾਲੋਂ ਉੱਭਰਿਆ ਹੋਇਆ ਦਰਪਣ, ਇਹਨੂੰ ਕੀ ਕਹਿੰਦੇ ਅਸੀਂ ਉੱਤਲ ਦਰਪਣ। ਇਹਦੇ ਫਾਇਦੇ ਕੀ ਨੇ, ਇਹਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਤੀਬਿੰਬ ਬਣਦੇ ਨੇ, ਇਹ ਅਸੀਂ ਅਗਲੀ ਵੀਡੀਓ ਦੇ ਵਿੱਚ ਪੜਾਂਗੇ। ਦੂਜਾ ਸਾਡੇ ਕੋਲ ਦਰਪਣ ਹੁੰਦਾ ਹੈ ਅਵਤਲ ਦਰਪਣ। ਅਵਤਲ ਦਰਪਣ ਜਿਹੜਾ ਕੀ ਹੈ ਪਰਾਵਰਤਕ ਸਤ੍ਹਾ ਦੂਜੀ ਹੁੰਦੀ ਹੈ, ਤੇ ਜਿਹੜੀ ਅੰਦਰ ਨੂੰ ਸਤ੍ਹਾ ਹੁੰਦੀ ਹੈ ਪਾਲਿਸ਼ ਕੀਤੀ ਹੋਈ ਸਤ੍ਹਾ ਆਹ ਵਾਲੀ ਹੈ, ਜਿਹੜੀ ਅੰਦਰ ਨੂੰ ਸਤ੍ਹਾ ਉਹ ਪਰਾਵਰਤਕ ਸਤ੍ਹਾ ਹੁੰਦੀ ਹੈ। ਮਤਲਬ ਜੇ ਚਮਚੇ ਦਾ ਮੈਂ ਇੱਧਰਲਾ ਪਾਸਾ ਲੈਣਾ ਤਾਂ ਇਹ ਕਿਹੜਾ ਦਰਪਣ ਬਣ ਗਿਆ? ਅਵਤਲ ਦਰਪਣ। ਠੀਕ ਹੈ ਜੀ। ਇਸ ਤਰ੍ਹਾਂ ਜੇ ਤੇ ਮੈਂ ਹੱਥ ਫੋੜ ਕੇ ਦੇਖਾਂ ਤਾਂ ਵਿਚਾਲੋਂ ਕੀ ਹੋਏਗਾ? ਇਹ ਡੂੰਘਾ ਜਿਹਾ ਹੋਏਗਾ, ਯਾਨੀ ਕਿ ਜਿਸ ਤਰ੍ਹਾਂ ਚਮਚਾ, ਤਾਂ ਇਹ ਕਿਹੜਾ? ਅਵਤਲ ਦਰਪਣ। ਠੀਕ ਹੈ ਜੀ। ਉੱਤਲ ਦਰਪਣ ਤੇ ਅਵਤਲ ਦਰਪਣ। ਅਵਤਲ ਦਰਪਣ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਤੀਬਿੰਬ ਬਣਦੇ ਨੇ, ਕਿੱਥੇ ਕਿੱਥੇ ਅਸੀਂ ਵਰਤੋਂ ਕਰਦੇ ਹਾਂ, ਇਹ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਤੀਜੀ ਤਰ੍ਹਾਂ ਦਾ ਦਰਪਣ ਹੁੰਦਾ ਸਾਡੇ ਕੋਲ ਸਮਤਲ ਦਰਪਣ। ਆਹ ਵਾਲਾ ਦਰਪਣ, ਠੀਕ ਹੈ, ਜੋ ਤੁਸੀਂ ਘਰ ਦੇਖਦੇ ਹੋ ਹਨਾ, ਆਪਣੇ ਵਾਲ ਵਾਉਣ ਲਈ, ਤਿਆਰ ਹੋਣ ਲਈ, ਉਸ ਦਰਪਣ ਨੂੰ ਅਸੀਂ ਕਹਿੰਦੇ ਹਾਂ ਸਮਤਲ ਦਰਪਣ। ਠੀਕ ਹੈ ਜੀ। ਤਿੰਨੇ ਤਰ੍ਹਾਂ ਦੇ ਦਰਪਣ ਦੇ ਵਿੱਚ ਕੀ ਹੋਊਗਾ? ਪ੍ਰਕਾਸ਼ ਦਾ ਪਰਾਵਰਤਨ। ਕਿਉਂ? ਕਿਉਂਕਿ ਇਹ ਇੱਕ ਸਤ੍ਹਾ ਕੀ ਹੁੰਦੀ ਹੈ? ਪਾਲਿਸ਼ ਕੀਤੀ ਹੁੰਦੀ ਹੈ। ਅੱਜ ਅਸੀਂ ਸਿਰਫ ਸਮਤਲ ਦਰਪਣ ਬਾਰੇ ਪੜਾਂਗੇ, ਸਮਤਲ ਦਰਪਣ ਬਾਰੇ ਪੜਾਂਗੇ। ਠੀਕ ਹੈ ਬੇਟਾ। ਇੱਥੇ ਮੈਂ ਇੱਕ ਡਾਇਗਰਾਮ ਬਣਾਈ ਹੈ ਜਿਸ ਦੇ ਵਿੱਚ ਕੀ ਬਣਾਇਆ ਹੈ ਕਿ ਜਿਹੜਾ ਆ ਬਣਾਇਆ ਇਹ ਕੀ ਹੈ? ਸਮਤਲ ਦਰਪਣ। ਇਹ ਕੀ ਹੈ? ਸਮਤਲ ਦਰਪਣ। ਇਹਦੇ ਉੱਪਰ ਇੱਕ 90 ਡਿਗਰੀ ਦਾ ਕੋਣ ਬਣਾਇਆ ਹੈ ਜਿਸ ਨੂੰ ਬੋਲਦੇ ਆ ਅਭਿਲੰਬ। ਜਿਸ ਨੂੰ ਕੀ ਬੋਲਦੇ ਆ? ਅਭਿਲੰਬ। ਅਭਿਲੰਬ ਕਿਹਾ ਜਾਂਦਾ ਹੈ। ਆ ਪ੍ਰਕਾਸ਼ ਦੀ ਕਿਰਨ ਹੈ, ਇਹ ਆਈ, ਇਹ ਇਸ ਸਤ੍ਹਾ ਤੇ ਪਈ, ਠੀਕ ਹੈ ਨਾ, ਤਾਂ ਉਸੇ ਮਾਧਿਅਮ ਵਿੱਚ ਇਹ ਵਾਪਸ ਮੁੜ ਗਈ। ਇਹੀ ਪੜਿਆ ਆਪਾਂ ਨੇ। ਜਦ ਪ੍ਰਕਾਸ਼ ਦੀ ਕਿਰਨ ਕਿਸੇ ਪਾਲਿਸ਼ ਕੀਤੀ ਹੋਈ ਸਤ੍ਹਾ ਤੇ ਪੈਂਦੀ ਹੈ, ਮਤਲਬ ਕਿਰਨ
इस सतह ते गई तो उसे माध्यम विच वापस मुड़ गई। तो यह की हो गया प्रकाश का परावर्तन। ਇਹਦੇ कुछ नियम होंगे ने। नियम की ने? पहला नियम की है, ਜਿਹੜਾ देखो आ वाला कोण है, इस किरण ਨੂੰ ਜਿਹੜੀ किरण आ रही है ਉਹਨੂੰ ਅਸੀਂ बोलते हैं आपतित किरण। ਜਿਹੜੀ किरण पालिश की सतह ते वज के मुड़दी है ਉਹਨੂੰ बोलते हैं ਅਸੀਂ परावर्तित किरण। ठीक है जी। ਤੇ ਜਿਹੜਾ 90 डिग्री का कोण है ਉਹਦਾ अभिलंब। आपतित किरण ਜਿਹੜੀ अभिलंब ਨਾਲ कोण ਬਣਾਉਂਦੀ है ਉਹਨੂੰ ਅਸੀਂ बोलते हैं आपतन कोण। ਤੇ ਉਹਨੂੰ I ਨਾਲ ਲਿਖਦੇ ਆ। ਤੇ परावर्तित किरण अभिलंब नाल जिहड़ा कोण बनाउंदी है उस नूं बोलदे आ परावर्तित कोण। उहनूं असीं R नाल लिखदे आ। तां पहला रूल की है, पहला नियम की है जदों भी प्रकाश का परावर्तन होगा कि आपतन कोण अते परावर्तित कोण बराबर हुंदे हन। जिन्ने कोण ते यह किरण आऊगी उन्ने कोण ते वापस मुड़ेगी। ठीक है जी। पहला नियम की है, आपतन कोण ਅਤੇ परावर्तित कोण बराबर हुंदे हन। मतलब I बराबर R। I आपतन कोण, R परावर्तित कोण। दूजा नियम की है, आपतित किरण मतलब आ वाली, परावर्तित किरण मतलब आ वाली ਅਤੇ अभिलंब इक्को तल ते हुंदे हन। इक्को तल मतलब मैं इत्थे बनाया, ये बोर्ड की हो गया, एक तल हो गया। ठीक है ना, एक सरफेस होगी, एक तल हो गया। आपतित किरण भी इसे तल ते है, परावर्तित किरण भी इसे तल ते है, ते अभिलंब भी इसे तल ते है। क्लियर? इहनूं असीं एक्सपैरीमेंट दी फॉर्म दे विच हुण देखांगे। इस एक्सपैरीमेंट दे लई एक लेजर है, तुसीं देखो बड़े ध्यान नाल। जदों मैं आ शीशा है, ठीक है, शीशे के उपर मैं लेजर मारदा तो तुहानूं सामने बोर्ड के उपर लेजर दिख रही है ना। मतलब की है, जदों ये लेजर दे विच प्रकाश की किरण इधरों एवें गई, इस ते पई तो इत्थों परिवर्तित होकर इधर उधर चली गई। असीं देखिया सी कि इधरों एवें आई तो परिवर्तित होकर इत्थों इत्थे चली गई। मैं इधरों इस साइड मार रहा किरण नूं ते उधर तुहानूं काहदे दिख रही है, बोर्ड ते दिख रही है। वही प्रकाश की किरण परिवर्तित होकर बोर्ड के उत्ते सानूं दिखाई दिंदी है। किवें परिवर्तित हो? जे मैं कोण घटाता, हुण मैं कोण घटाता, तुहानूं इत्थे नजर आ रही है। जदों मैं कोण वधाता तो दूर चली गई, होर कोण वधाता होर दूर चली गई। मतलब आ वाला कोण ते आ वाला कोण बराबर होणगे। जदों मैं इधर कोण वधाता तो आ कोण भी वध गया, परम चली गई। जदों कोण घटाता तो इधरों चल गया। इहनूं असीं एक होर एक्सपैरीमेंट राहीं करदे हां। इहदे लई तुसीं एक छोटा जिहा डब्बा लओगे, उस डब्बे दे विच शीशा, एक घरे शीशा हो छोटा जिहा वेस्ट होगा अगर कोई, तो उन्होंने फैविकिक नाल जोड़ लियो। ठीक है जी। फैविकिक नाल जोड़ के ਉਹਦੇ ਉੱਪਰ ਤੁਸੀਂ ਕੀ लगा देना, कागज लगा देना। कागज लगा के ਉਹਦੇ इधरली साइड एक गली कट देनी है ਜਿਹਦੇ ਵਿੱਚ ਅਸੀਂ प्रकाश ਨੂੰ अंदर भेज ਸਕੀਏ। एक ਅਸੀਂ ਇੱਧਰ गली कट देनी है ਜਿਹਦੇ ਵਿੱਚ ਸਾਨੂੰ प्रकाश की किरण दिखाई नहीं दे रही सी ਹੁਣ। ठीक है, वो दिखाई देने ਲਈ ਸਾਨੂੰ ਕੀ ਕਰਨਾ ਪਊਗਾ, ਇਸ ਦੇ ਵਿੱਚ ਇੱਕ अगरबत्ती ਲਾਓਗੇ ਤੁਸੀਂ, अगरबत्ती ਨੂੰ चला लो। ਅਸੀਂ प्रकाश के परावर्तन बारे पढ़ रहे हैं, आह वाला एक्सपैरीमेंट शो कर रहे हैं कि किस तरह का प्रकाश का परावर्तन होता है। प्यारे विद्यार्थियों, अपना YouTube चैनल है टू बी यंग साइंटिस्ट विद सुखपाल ढिल्लों, उन्होंने सारे बच्चों ने सबसक्राइब करना है। तो जो एक्सपैरीमेंट तुसी घर कर सकते हो, घर समान तैयार कर सकते हो, उसकी किट भी घर तैयार कराया करो। ठीक है जी। इनू मैं ये अंदर अगरबत्ती में पाता तो जो ये थोड़ा धुआं हो जाए, क्योंकि जो धुआं हो गया, असी पहले चैप्टर पढ़िया सी स्कैटरिंग ऑफ लाइट, सानू जिहड़ी लाइट दा पथ दिखण लग जाऊगा, किहड़े रस्ते ते जा रही है, किहड़े रस्ते ते आ रही है। थोड़ा वेट करते हैं, थोड़ा देर विच धुआं इकट्ठा हो जाते। ठीक है जी। इन्ने असीं आपां पढ़ते हैं कि जिहड़े साडे कोल समतल दर्पण है उहदे जिहड़ा प्रतिबिंब आंदा है, प्रतिबिंब की हुंदा है, जो असीं तस्वीर देखते हैं तो आपकी फोटो दिखती है ना, उहदे की लक्षण हुंदे आ, की गुण हुंदे आ, वो जिहड़ा प्रतिबिंब आ वो किहो जिहा बनदा है। जिस तरह मेरे को समतल दर्पण है, तुसीं थोड़े को घरे भी आ देखो किहो जिहा प्रतिबिंब आंदा। सब तो पहला सीधा, तुहानूं आपकी फोटो सीधी दिखती है, जिहड़ा प्रतिबिंब आंदा जो असीं देखते हैं वो की हुंदा है, सीधा हुंदा है। दूजा हुंदा आभासी प्रतिबिंब, आभासी हुंदा, आभासी का मतलब उसनूं असीं पर्दे ते नहीं लिया सकदे। वो प्रतिबिंब जिहड़ा दर्पण दे दूजी साइड बन रहा उहनूं असीं
ਪਰਦੇ ਤੇ ਨਹੀਂ ਲਿਆ ਸਕਦੇ। ਜਿਹੜਾ ਪ੍ਰਤੀਬਿੰਬ ਪਰਦੇ ਤੇ ਲਿਆ ਸਕੇ ਉਹਨੂੰ ਵਾਸਤਵਿਕ ਬੋਲਦੇ ਆ, ਪਰੰਤੂ ਸਮਤਲ ਦਰਪਣ ਦਾ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ? ਸਿੱਧਾ ਅਤੇ ਆਭਾਸੀ ਪ੍ਰਤੀਬਿੰਬ। ਦੂਜਾ ਹੈ ਵਸਤੂ ਦੇ ਆਕਾਰ ਦਾ। ਜਿੱਡੀ ਸਾਹਮਣੇ ਵਸਤੂ ਪਈ ਹੈ ਓਡੀ ਹੀ ਸਮਤਲ ਦਰਪਣ ਦੇ ਵਿੱਚ ਦਿਖੇਗੀ। ਉੱਤਲ ਤੇ ਅਵਤਲ ਵਿੱਚ ਕਿਸ ਤਰ੍ਹਾਂ ਦਿਖੇਗੀ ਉਹ ਤੁਸੀਂ ਘਰੇ ਆਪ ਦੇਖਿਓ, ਚਮਚੇ ਦੇ ਇੱਧਰਲੀ ਸਾਈਡ ਵੀ ਤੇ ਇੱਧਰਲੀ ਸਾਈਡ ਵੀ। ਪਰੰਤੂ ਸਮਤਲ ਦਰਪਣ ਦੇ ਵਿੱਚ ਜਿਹੜਾ ਪ੍ਰਤੀਬਿੰਬ ਦਾ ਆਕਾਰ ਆ ਉਹ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ। ਜਿਵੇਂ ਜਿਵੇਂ ਇੱਧਰ ਐਡਾ ਲੇਜ਼ਰ ਆ ਤਾਂ ਉਹਦੇ ਵਿੱਚ ਵੀ ਐਡਾ ਹੀ ਦਿਖੂ, ਛੋਟਾ ਮੂੰਹ ਐਡਾ ਤਾਂ ਇਹਦੇ ਵਿੱਚ ਵੀ ਐਡਾ ਵੱਡਾ ਹੀ ਦਿਖੂਗਾ। ਤੀਜਾ ਕੀ ਹੈ? ਦਰਪਣ ਤੋਂ ਵਸਤੂ ਅਤੇ ਪ੍ਰਤੀਬਿੰਬ ਦੀ ਦੂਰੀ ਬਰਾਬਰ। ਮਤਲਬ ਕੀ ਹੈ? ਆ ਦਰਪਣ ਹੈ, ਜਿੰਨੀ ਦੂਰ ਵਸਤੂ ਖੜੀ ਆ ਮਤਲਬ ਮੈਂ ਆ ਓਨੀ ਦੂਰ ਹੀ ਦੂਜੀ ਸਾਈਡ ਮੇਰਾ ਪ੍ਰਤੀਬਿੰਬ ਮੈਨੂੰ ਦਿਖਾਈ ਦਊਗਾ। ਜੇ ਮੈਂ ਪਿੱਛੇ ਨੂੰ ਚਲਾ ਜਾਵਾਂ ਤਾਂ ਉੱਧਰ ਪ੍ਰਤੀਬਿੰਬ ਵੀ ਪਿੱਛੇ ਚਲਾ ਜਾਏਗਾ, ਜੇ ਮੈਂ ਅੱਗੇ ਨੂੰ ਆ ਜਾ ਤਾਂ ਉਹ ਵੀ ਅੱਗੇ ਨੂੰ ਆ ਜਾਏਗਾ। ਮੀਨ ਕੀ ਹੈ ਕਿ ਦਰਪਣ ਤੋਂ ਵਸਤੂ ਅਤੇ ਪ੍ਰਤੀਬਿੰਬ ਦੀ ਦੂਰੀ ਕੀ ਹੁੰਦੀ ਆ? ਉਹ ਬਰਾਬਰ ਹੁੰਦੀ ਹੈ। ਚੌਥਾ ਪੁਆਇੰਟ ਕੀ ਹੈ? ਪਾਸੇ ਦਾ ਉਲਟਿਆ ਪ੍ਰਤੀਬਿੰਬ। ਮਤਲਬ ਕਿ ਜਿਹੜਾ ਪ੍ਰਤੀਬਿੰਬ ਬਣਦਾ ਹੈ ਉਹਦਾ ਪਾਸੇ ਦਾ ਉਲਟਿਆ ਹੁੰਦਾ। ਸ਼ੀਸ਼ੇ ਮੂਹਰੇ ਖੜਦੇ ਹੋ ਤਾਂ ਤੁਹਾਡਾ ਜਿਹੜਾ ਸੱਜਾ ਪਾਸਾ ਹੈ, ਸੱਜਾ ਪਾਸਾ ਉਹ ਜਿਹੜਾ ਪ੍ਰਤੀਬਿੰਬ ਉਹਦਾ ਖੱਬਾ ਹੁੰਦਾ ਹੈ, ਤੇ ਜਿਹੜਾ ਤੁਹਾਡਾ ਖੱਬਾ ਪਾਸਾ ਹੈ ਉਹ ਪ੍ਰਤੀਬਿੰਬ ਦਾ ਕੀ ਹੁੰਦਾ? ਸੱਜਾ ਪਾਸਾ ਹੁੰਦਾ। ਇਸ ਨੂੰ ਅਸੀਂ ਬੋਲਦੇ ਹਾਂ ਪਾਸੇ ਦਾ ਉਲਟਿਆ ਪ੍ਰਤੀਬਿੰਬ। ਸਮਤਲ ਦਰਪਣ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਤੀਬਿੰਬ ਬਣਦੇ ਆ? ਉਹਦੇ ਗੁਣ ਕੀ ਹੁੰਦੇ ਆ? ਉਹ ਹੁੰਦੇ ਆ ਸਿੱਧਾ ਆਭਾਸੀ ਪ੍ਰਤੀਬਿੰਬ ਬਣਦਾ ਹੈ। ਦੂਜਾ ਕੀ ਜਿਹੜਾ ਵਸਤੂ ਦੇ ਆਕਾਰ ਦਾ ਹੁੰਦਾ ਜਿਹੜਾ ਪ੍ਰਤੀਬਿੰਬ ਬਣਦਾ ਹੈ। ਤੀਜਾ ਕੀ ਹੈ? ਦਰਪਣ ਤੋਂ ਵਸਤੂ ਦੀ ਦੂਰੀ ਜਿੰਨੀ ਆ ਉਨੀ ਦੂਰੀ ਤੇ ਦੂਜੀ ਸਾਈਡ ਕੀ ਬਣੂਗਾ? ਪ੍ਰਤੀਬਿੰਬ ਬਣੇਗਾ। ਪ੍ਰਤੀਬਿੰਬ ਸਮਝਦੇ ਹੋ ਨਾ? ਫੋਟੋ ਜੋ ਸ਼ੀਸ਼ੇ ਵਿੱਚ ਦਿਖਦੀ ਹੈ। ਪਾਸੇ ਦਾ ਉਲਟਿਆ ਪ੍ਰਤੀਬਿੰਬ, ਪ੍ਰਤੀਬਿੰਬ ਜਿਹੜਾ ਪਾਸੇ ਦਾ ਉਲਟਿਆ ਹੁੰਦਾ ਹੈ। ਦੁਬਾਰਾ ਫਿਰ ਇਸ ਐਕਸਪੈਰੀਮੈਂਟ ਤੇ ਆਉਂਦੇ ਆ। ਇਹਦੇ ਵਿੱਚ ਧੂਆਂ ਹੋ ਗਿਆ ਸਾਡੇ ਕੋਲੇ। ਦੇਖੋ ਬੜੇ ਧਿਆਨ ਨਾਲ, ਅਗਰ ਤੁਹਾਨੂੰ ਦਿਖ ਰਿਹਾ ਲੇਜ਼ਰ ਤੁਸੀਂ ਦੇਖ ਪਾ ਰਹੇ ਹੋ, ਇਹਦੇ ਅੰਦਰ ਇੱਕ ਸ਼ੀਸ਼ਾ ਲੱਗਿਆ ਜਿਹਦੇ ਉੱਪਰ ਜਦੋਂ ਪ੍ਰਕਾਸ਼ ਦੀ ਕਿਰਨ ਪੈਂਦੀ ਹੈ ਤਾਂ ਉਹ ਪਰਿਵਰਤਿਤ ਹੋ ਜਾਂਦੀ ਹੈ, ਉਸੇ ਮਾਧਿਅਮ ਵਿੱਚ ਵਾਪਸ ਮੁੜ ਆਉਂਦੀ ਹੈ। ਇਸ ਨੂੰ ਬੋਲਦੇ ਆ ਪ੍ਰਕਾਸ਼ ਦਾ ਪਰਿਵਰਤਨ। ਜਿਹੜਾ ਅਸੀਂ ਆਹ ਪੜ੍ਹਿਆ ਸੀ, ਜਦ ਪ੍ਰਕਾਸ਼ ਦੀ ਕਿਰਨ ਕਿਸੇ ਪਾਲਿਸ਼ ਕੀਤੀ ਹੋਈ ਸਤ੍ਹਾ ਤੇ ਪੈਂਦੀ ਹੈ ਤਾਂ ਉਸੇ ਮਾਧਿਅਮ ਵਿੱਚ ਪਰਿਵਰਤਿਤ ਹੁੰਦੀ ਹੈ, ਮਤਲਬ ਮੁੜ ਜਾਂਦੀ ਹੈ। ਉਸ ਨੂੰ ਕਹਿੰਦੇ ਆ ਪ੍ਰਕਾਸ਼ ਦਾ ਪਰਿਵਰਤਨ। ਜਿਵੇਂ ਆਹ ਫੋਟੋ ਡੀਅਰ ਸਟੂਡੈਂਟਸ, ਹੁਣ ਅਸੀਂ ਬਿਲਕੁਲ ਇਸ ਤਰ੍ਹਾਂ ਹੀ ਇਹਦੇ ਵਿੱਚ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ। ਜਦੋਂ ਪ੍ਰਕਾਸ਼ ਦੀ ਕਿਰਨ ਇਹਦੇ ਵਿੱਚ ਜਾਂਦੀ ਹੈ ਤਾਂ ਤੁਸੀਂ ਦੇਖ ਰਹੇ ਹੋ ਤਾਂ ਉਹ ਦੂਜੀ ਸਾਈਡ ਤੋਂ ਪਰਿਵਰਤਿਤ ਹੈ ਜਿਹੜੀ ਉਹ ਹੋ ਰਹੀ ਹੈ। ਜਿਵੇਂ ਜਿਵੇਂ ਅਸੀਂ ਕੋਣ ਵਧਾਉਣੇ ਆ ਤਾਂ ਉਹ ਕੋਣ ਵੀ ਵੱਧਦਾ ਜਾਂਦਾ ਹੈ, ਜਿਵੇਂ ਜਿਵੇਂ ਘਟਾਉਣੇ ਆ ਤਾਂ ਉਹ ਘਟਦਾ ਜਾਂਦਾ ਹੈ। ਕਹਿੰਦਾ ਭਾਵ ਕਿ ਆਪਤਨ ਕੋਣ ਅਤੇ ਪਰਿਵਰਤਿਤ ਕੋਣ ਬਰਾਬਰ ਹੋਣਗੇ। ਜੋ ਕਿਰਨ ਇਧਰੋਂ ਜਾ ਰਹੀ ਹੈ ਉਹ ਕੀ ਹੈ? ਸਾਡੀ ਆਪਾਤੀ ਕਿਰਨ ਹੈ। ਜੋ ਵਾਪਸ ਮੁੜ ਰਹੀ ਹੈ ਉਹ ਕੀ ਹੈ? ਸਾਡੀ ਪਰਿਵਰਤਿਤ ਕਿਰਨ ਹੈ। ਠੀਕ ਹੈ ਜੀ ਸਟੂਡੈਂਟਸ, ਤਾਂ ਆਪਤਨ ਕੋਣ ਅਤੇ ਪਰਿਵਰਤਿਤ ਕੋਣ ਬਰਾਬਰ ਹੁੰਦੇ ਹਨ। ਦੂਜਾ, ਆਪਤਿਤ ਕਿਰਨ, ਪਰਿਵਰਤਿਤ ਕਿਰਨ ਅਤੇ ਅਵਿਲੰਬ ਇੱਕੋ ਤਲ ਤੇ ਹੁੰਦੇ ਹਨ। ਦੇਖੋ ਜਿਹੜੀ ਕਿਰਨ ਸਿੱਧੀ ਜਾ ਰਹੀ ਹੈ ਉਹ ਸਾਡੀ ਕਿਹੜੀ ਕਿਰਨ ਹੈ? ਆਪਤਿਤ ਕਿਰਨ ਹੈ। ਤੇ ਦੂਜੀ ਕਿਹੜੀ ਕਿਰਨ ਹੈ? ਪਰਿਵਰਤਿਤ ਕਿਰਨ ਹੈ। ਤੇ ਸੈਂਟਰ ਤੇ ਵਿਲੰਬ ਵੱਲੋਂ ਉਹ ਤਿੰਨੋਂ ਕੀ ਨੇ? ਇੱਕੋ ਤਲ ਤੇ ਨੇ। ਮਤਲਬ ਨੀਚੇ ਸ਼ੀਸ਼ਾ ਲੱਗਾ ਹੋਇਆ ਇੱਕੋ ਤਲ ਹੈ, ਇੱਕੋ ਤਲ ਤੇ ਹੁੰਦੇ ਹਨ। ਤੇ ਕੋਣ ਜਿਵੇਂ ਜਿਵੇਂ ਕੋਣ ਵਧਾ ਰਹੇ ਆ ਵੱਧ ਰਿਹਾ, ਜਿਵੇਂ ਜਿਵੇਂ ਘਟਾ ਰਹੇ ਆ ਘਟ ਰਿਹਾ। ਕਹਿਣ ਦਾ ਭਾਵ ਆਪਤਨ ਕੋਣ ਤੇ ਪਰਿਵਰਤਨ ਕੋਣ ਬਰਾਬਰ ਹੁੰਦੇ ਹਨ। ਇੱਕ ਕੁਐਸਚਨ ਹੋਰ ਆਉਂਦਾ ਹੈ ਕਿ ਜਦੋਂ ਪ੍ਰਕਾਸ਼ ਦੀ ਕਿਰਨ ਅਵਿਲੰਬ ਦੇ ਰੂਪ ਵਿੱਚ ਆਉਂਦੀ ਹੈ ਤਾਂ ਉਹ ਉਸੇ ਰਸਤੇ ਵਾਪਸ ਮੁੜ ਜਾਂਦੀ ਹੈ। ਕਿਉਂ? ਕਿਉਂਕਿ ਆਪਤਨ ਕੋਣ ਤੇ ਪਰਿਵਰਤਨ ਕੋਣ ਬਰਾਬਰ ਹੁੰਦੇ ਆ। ਅਵਿਲੰਬ ਦੇ ਰੂਪ ਵਿੱਚ ਆਈ ਤਾਂ ਆਪਤਨ ਕੋਣ ਕਿੰਨਾ? 0, ਤੇ ਵਾਪਸ ਮੁੜੀ ਤਾਂ ਪਰਿਵਰਤਨ ਕੋਣ ਵੀ ਕਿੰਨਾ ਹੋਊਗਾ? 0। ਇਸੇ ਲਈ ਉਸੇ ਰੂਪ ਵਿੱਚ ਵਾਪਸ ਮੁੜ ਜਾਂਦੀ ਹੈ। ਜਿਵੇਂ ਤੁਸੀਂ ਦੇਖੋ ਜਿਹੜੀ ਕਿਰਨ ਬਿਲਕੁਲ ਸਿੱਧੀ ਯਾਨੀ ਕਿ ਅਵਿਲੰਬ ਦੇ ਰੂਪ ਵਿੱਚ ਆਉਂਦੀ ਹੈ ਤਾਂ ਉਸੇ ਰੂਪ ਵਿੱਚ ਵਾਪਸ ਮੁੜ ਜਾਂਦੀ ਹੈ। ਕਿਉਂ? ਕਿਉਂਕਿ ਉਹਦਾ ਆਪਤਨ ਕੋਣ 0 ਹੈ, ਇਸ ਲਈ ਪਰਿਵਰਤਿਤ ਕੋਣ ਵੀ 0 ਹੀ ਹੋਏਗਾ, ਇਸ ਲਈ ਉਸੇ ਰੂਪ ਵਿੱਚ ਵਾਪਸ ਮੁੜ ਜਾਂਦੀ ਹੈ। ਪਰੰਤੂ ਜਿਵੇਂ ਜਿਵੇਂ ਅਸੀਂ ਕੋਣ ਵਧਾਉਣੇ ਆ ਆਪਤਨ ਕਿਰਨ ਦਾ ਤੇ ਪਰਿਵਰਤਿਤ ਕਿਰਨ ਦਾ ਜਿਹੜਾ ਕੋਣ ਹੈ ਉਹ ਵੱਧਦਾ ਜਾਂਦਾ ਹੈ। ਠੀਕ ਹੈ ਬੇਟਾ, ਤਾਂ ਅੱਜ ਅਸੀਂ ਪੜ੍ਹਿਆ ਪ੍ਰਕਾਸ਼ ਦਾ ਪਰਿਵਰਤਨ ਕੀ ਹੁੰਦਾ ਹੈ, ਦਰਪਣ ਕਿਹੜੇ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਪ੍ਰਕਾਸ਼ ਦਾ ਪਰਿਵਰਤਨ ਹੁੰਦਾ ਹੈ। ਉੱਤਲ ਦਰਪਣ, ਅਵਤਲ ਦਰਪਣ, ਸਮਤਲ ਦਰਪਣ। ਦੇਖਣ ਦੇ ਵਿੱਚ ਸਾਨੂੰ ਦਰਪਣ ਕਿਹੋ ਜਿਹੇ ਲੱਗਦੇ ਨੇ,
ਸਮਤਲ ਦਰਪਣ ਦੇ ਕੇਸ ਦੇ ਵਿੱਚ ਅਸੀਂ ਪਰਿਵਰਤਨ ਦੇ ਨਿਯਮ ਪੜ੍ਹੇ। ਮੋਸਟ ਇੰਪੋਰਟੈਂਟ ਪੇਪਰ ਦੇ ਵਿੱਚ ਆਉਂਦਾ ਕਿ ਇਹ ਡਾਇਗਰਾਮ ਦੇਖੇ ਕਿ ਡਾਇਗਰਾਮ 'ਚ ਕੀ ਦਿਖਾਇਆ ਗਿਆ, ਪ੍ਰਕਾਸ਼ ਦਾ ਪਰਿਵਰਤਨ। ਪ੍ਰਕਾਸ਼ ਦੇ ਪਰਿਵਰਤਨ ਦੇ ਨਿਯਮ ਕੀ ਨੇ ਉਹ ਪੁੱਛੇ ਜਾਂਦੇ ਨੇ। ਸਮਤਲ ਦਰਪਣ ਦੇ ਜਿਹੜਾ ਪ੍ਰਤੀਬਿੰਬ ਬਣਦਾ ਉਹਦੇ ਲੱਛਣ ਕੀ ਨੇ ਉਹ ਪੁੱਛੇ ਜਾਂਦੇ ਨੇ। ਤਾਂ ਪਿਆਰੇ ਵਿਦਿਆਰਥੀਓ, ਪੜ੍ਹਦੇ ਰਹੋ, ਖੁਸ਼ ਰਹੋ, ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।